ਹੈਲੋ एवरीवन एंड वेलकम बैक टू माई चैनल। सो ਅੱਜ मैं ਤੁਹਾਨੂੰ ਇੱਕ ਸਟੋਰੀ ਦੱਸਣ ਜਾ ਰਹੀ ਹਾਂ ਜਿਹਦੇ ਨਾਲ ਕਿ ਤੁਹਾਨੂੰ ਇੰਗਲਿਸ਼ ਬੜੀ ਵਧੀਆ ਟਰਾਂਸਲੇਟ ਕਰਨੀ ਤੇ ਲਿਖਣੀ ਆ ਜਾਊਗੀ। ਪਾਸਟ ਟੈਂਸ ਦੀ ਸਟੋਰੀ ਹੈ ਜੀ। ਸੋ ਲੈਟ ਅਸ ਸਟਾਰਟ ਦ ਸਟੋਰੀ। I am going to start this story, The Monkey Justice. So in this story you can see that two cats are sitting. Once two cats saw a piece of bread. Once मतलब एक बार. Two cats, you can see here, दो cats बैठी हैं. Saw a piece of bread. Now saw is the second form of see. Because it is past tense, we are doing the story in the past tense, so we will use here second form. See, saw, seen. So saw is the second form. ਇਹ ਕੀ ਕਹਿੰਦੇ ਆ, ਕਹਿੰਦੇ ਇੱਕ ਵਾਰ ਦੋ cats ਨੇ piece of bread ਦੇਖਿਆ. One of them jumped and picked the bread. One of them मतलब ਦੋਨਾਂ ਵਿੱਚੋਂ ਇੱਕ. Jumped and picked. Now jump is also the second form and picked is also the second form. Jump, jumped, jumped. Pick, picked, picked. Clear? So because this story we are reading in the past tense, that's why we have used the second forms. So one of them jumped and picked the bread. ਹੁਣ ਕਹਿੰਦੇ ਇਹਨਾਂ ਵਿੱਚੋਂ ਇੱਕ ਕੈਟ ਨੇ ਜੰਪ ਕੀਤਾ ਤੇ ਉਸਨੇ ਬ੍ਰੈਡ ਨੂੰ ਪਿਕ ਕਰ ਲਿਆ. The other cat tried to snatch it. The other cat, ਹੁਣ ਜਿਹੜੀ ਦੂਜੀ ਕੈਟ ਬਚ ਗਈ ਜਿਸਨੇ ਜੰਪ ਨਹੀਂ ਕੀਤਾ ਸੀ ਉਸਨੇ ਹੁਣ ਕੀ ਕੀਤਾ, tried. Tried is also the second form. Try, tried, tried. Clear ਜੀ? So second cat, she tried to snatch it. Snatch ਦਾ ਮਤਲਬ ਹੁੰਦਾ ਖੋਹ ਲੈਣਾ. Snatch means ਕੁਝ ਖੋਹ ਲੈਣਾ. ਸੋ ਸੈਕਿੰਡ ਕੈਟ ਨੇ ਹੁਣ ਕੀ ਕਰਿਆ, ਟਰਾਈ ਕਰਿਆ ਕਿ ਮੈਂ ਪਹਿਲੀ ਕੈਟ ਤੋਂ ਇਹ ਜੋ ਟੁਕੜਾ ਹੈ ਬ੍ਰੈਡ ਦਾ ਉਹਨੂੰ ਖੋਹ ਲਵਾਂ. ਨਾਓ ਫਸਟ ਕੈਟ ਕੀ ਬੋਲ ਰਹੀ ਹੈ, ਕਹਿੰਦੀ ਇਟ ਇਜ਼ ਮਾਈਨ. ਮਾਈਨ ਮਤਲਬ ਉਹ ਕਹਿੰਦੀ ਹੈ ਮੇਰਾ ਹੈ, ਇਹ ਪੋਜੈਸਿਵ ਪ੍ਰਨਾਊਨ ਹੈ ਮਾਈਨ. ਸੋ ਫਸਟ ਵਾਲੀ ਕੈਟ ਬੋਲ ਰਹੀ ਹੈ ਕਿ ਜੋ ਪੀਸ ਆਫ ਬ੍ਰੈਡ ਹੈ ਇਟ ਇਜ਼ ਮਾਈਨ, ਕਿ ਇਹ ਤਾਂ ਮੇਰਾ ਹੈ. ਆਈ ਵਾਜ਼ ਦਾ ਫਸਟ ਟੂ ਪਿਕ ਇਟ ਅਪ. ਨਾ ਹੁਣ ਇਹ ਕੈਟ ਕਹਿੰਦੀ ਹੈ ਕਿ ਮੈਂ ਪਹਿਲੀ ਸੀ ਜਿਸ ਨੇ ਇਸ ਪੀਸ ਆਫ ਬ੍ਰੈਡ ਨੂੰ ਚੱਕਿਆ ਹੈ. said the first cat. So this is the speech by the first cat. ਉਹ ਕਹਿੰਦੀ ਹੈ ਕਿ ਮੈਂ ਪਹਿਲੀ ਸੀ ਜਿਸ ਨੇ ਇਸ ਪੀਸ ਨੂੰ ਚੱਕਿਆ ਤੇ ਇਹ ਹੁਣ ਪੀਸ ਬ੍ਰੈਡ ਮੇਰਾ ਹੈ. The other cat claimed. ਦੂਸਰੀ ਕੈਟ ਨੇ ਕੀ ਕਲੇਮ ਕਰਿਆ, ਉਹ ਕੀ ਜਤਾਉਣਾ ਚਾਹੁੰਦੀ ਹੈ, but I saw it first, so it is mine. ਹੁਣ ਦੂਜੀ ਕੈਟ ਕਹਿੰਦੀ ਭਾਵੇਂ ਤੂੰ ਚੱਕਿਆ ਹੋਵੇ but I saw it first, ਮੈਂ ਇਸ ਟੁਕੜੇ ਨੂੰ ਪਹਿਲਾਂ ਦੇਖਿਆ ਸੀ, so it is mine. ਤਾਂ ਇਸ ਕਰਕੇ ਕੀ ਹੋਇਆ, ਇਹ ਟੁਕੜਾ ਮੇਰਾ ਹੋਇਆ. while they were arguing ਮਤਲਬ ਜਦੋਂ ਤੱਕ ਉਹ ਦੋਨੋਂ ਆਰਗੂ ਕਰ ਰਹੀਆਂ ਸੀ, ਇੱਕ ਦੂਜੇ ਨਾਲ ਬਹਿਸ ਕਰ ਰਹੀਆਂ ਸੀ, a monkey passed by. now you can see here in the picture ਇੱਕ ਮੰਕੀ ਜਾ ਰਿਹਾ ਹੈ. ਉਹਨਾਂ ਨੂੰ ਬਹਿਸ ਕਰਦਿਆਂ ਦੇਖ ਕੇ ਮੰਕੀ ਵੀ ਕੁਝ ਰਿਐਕਟ ਕਰੇਗਾ. ਠੀਕ ਹੈ, ਸੋ ਲੈਟ ਅਸ ਕੰਟੀਨਿਊ ਦਾ ਸਟੋਰੀ ਪੜ੍ਹਦੇ ਹਾਂ, ਆਪਾਂ ਦੇਖਦੇ ਹਾਂ ਕਿ ਮੰਕੀ ਕੀ ਕਹਿੰਦਾ. The cats requested him to be their judge and settle their dispute. ਹੁਣ cats requested also the second form. Cats ਦੋਨਾਂ cats ਨੇ ਕੀ ਕਰਿਆ, ਮੰਕੀ ਨੂੰ ਰਿਕੁਐਸਟ ਕਰੀ to be their judge. ਦੋਨੋਂ cats ਕਹਿੰਦੀਆਂ ਕਿ ਸਾਡਾ ਤੂੰ ਜੱਜ ਬਣ ਜਾ and settle their dispute. settle their dispute ਹੁੰਦਾ ਝਗੜਾ ਜੀ, quarrel, any fight. ਸੋ ਜਿਹੜੀ ਇਹ quarrel ਹੈ, ਆਰਗੂਮੈਂਟ ਚੱਲ ਰਿਹਾ, ਉਸ ਨੂੰ ਸੋਲਵ ਕਰਨ ਲਈ ਦੋਨੋਂ cats ਕੀ ਕਹਿੰਦੀਆਂ ਮੰਕੀ ਨੂੰ ਕਿ ਤੂੰ ਸਾਡਾ ਜੱਜ ਬਣ ਜਾ. The monkey agreed. Agreed is also, I already told you that we are doing story in the past tense, so we are using second forms of the verb. Now the monkey agreed. Monkey ਕੀ ਕਰਦਾ, agree ਹੋ ਗਿਆ, ਉਹ ਹਾਂ ਬੋਲ ਦਿੰਦਾ ਹੈ. And tore the bread into two pieces. ਉਹਨੇ ਕੀ ਕੀਤਾ, ਬ੍ਰੈਡ ਨੂੰ ਦੋ ਪੀਸਿਸ ਦੇ ਵਿੱਚ ਤੋੜ ਦਿੱਤਾ ਮੰਕੀ ਨੇ. Both are not equal, he said. ਹੁਣ ਮੰਕੀ ਨੇ ਕੀ ਕਿਹਾ, ਉਹ ਇੱਕ ਪੀਸ ਨੂੰ ਉਹਨੇ ਦੋ ਹਿੱਸਿਆਂ ਵਿੱਚ ਤੋੜਨ ਤੋਂ ਬਾਅਦ ਕੀ ਕਿਹਾ, ਕਹਿੰਦਾ both are not equal. ਕਹਿੰਦਾ ਦੋਨੋਂ ਜੋ ਟੁਕੜੇ ਆ ਉਹ ਇਕੁਅਲ ਨਹੀਂ ਹੈ. and ate a bit from the bigger looking piece. ਹੁਣ ate is also the second form of eat. ਠੀਕ ਹੈ ਜੀ, eat ਹੁੰਦਾ ਖਾਣਾ, eat, ate, eaten. so monkey ate a bit. ਮੰਕੀ ਨੇ ਹੁਣ ਜਿਹੜਾ ਵੱਡਾ ਵਾਲਾ ਪੀਸ ਸੀਗਾ ਉਹਦੇ ਵਿੱਚੋਂ ਇੱਕ ਛੋਟੀ ਜਿਹੀ ਬਿਟ ਖਾ ਲਈ.
ਬਟ ਅਗੇਨ ਦਾ ਪੀਸਿਸ ਵਰ ਨਾਟ ਇਕੁਅਲ। ਬਟ ਹੁਣ ਜਦੋਂ ਉਹਨੇ ਇੱਕ ਪੀਸ ਨੂੰ ਖਾ ਲਿਆ, ਫਿਰ ਦੂਜਾ ਪੀਸ ਤੇ ਪਹਿਲਾ ਪੀਸ ਦੋਨੋਂ ਫਿਰ ਵੀ ਇਕੁਅਲ ਨਾ ਹੋਏ। ਸੋ ਹੀ ਅਗੇਨ ਏਟ ਅ ਬਿਟ ਫਰੋਮ ਦਾ ਅਦਰ ਪੀਸ। ਹੁਣ ਉਹਨੇ ਦੂਜੇ ਪੀਸ ਵਿੱਚੋਂ ਫਿਰ ਇੱਕ ਬਿਟ ਖਾ ਲਈ। ਨਾ ਮੂਵਿੰਗ ਫਰਦਰ, ਦਿਸ ਡਿਵਾਈਡਿੰਗ ਐਂਡ ਨਿਬਲਿੰਗ। ਡਿਵਾਈਡਿੰਗ ਕਰਨਾ ਹੁੰਦਾ ਦੋ ਹਿੱਸਿਆਂ ਦੇ ਵਿੱਚ ਤੋੜ ਦੇਣਾ, ਐਂਡ ਨਿਬਲਿੰਗ ਦਾ ਮਤਲਬ ਹੁੰਦਾ ਟੇਕ ਅ ਸਮਾਲ ਬਾਈਟਸ ਆਊਟ ਆਫ, ਕਿਸੇ ਚੀਜ਼ ਵਿੱਚੋਂ ਛੋਟੀ ਛੋਟੀ ਬਾਈਟ ਖਾਈ ਜਾਣੀ। ਦਿਸ ਡਿਵਾਈਡਿੰਗ ਐਂਡ ਨਿਬਲਿੰਗ ਵੈਂਟ ਔਨ, ਕਹਿੰਦੇ ਮੰਕੀ ਨੇ ਜੋ ਖਾਣਾ ਤੇ ਬਾਈਟ ਲੈਣੀ ਉਹ ਚੱਲਦਾ ਰਿਹਾ ਉਸਦਾ। until only two very small bits of bread were left। ਉਦੋਂ ਤੱਕ ਉਹ ਡਿਵਾਈਡ ਕਰਦਾ ਗਿਆ ਤੇ ਖਾਂਦਾ ਗਿਆ ਥੋੜਾ ਥੋੜਾ, ਜਦੋਂ ਤੱਕ ਕਿ ਉਹ ਦੋਨੋਂ ਬਿਟਸ ਬੜੇ ਛੋਟੇ ਛੋਟੇ ਬਿਟਸ ਨਹੀਂ ਰਹਿ ਗਏ, ਛੋਟਾ ਜਿਹਾ ਰਹਿ ਗਿਆ। ਉਹ ਖਾਂਦੇ ਖਾਂਦੇ ਉਹਨੇ ਸਮਾਲ ਪੀਸ ਕਰਤਾ ਬਿਲਕੁਲ ਬ੍ਰੈਡ ਦਾ। These small bits are my fees for serving as a judge। ਹੁਣ ਮੰਕੀ ਬੋਲਦਾ, ਕਹਿੰਦਾ ਜੋ ਇਹ ਛੋਟੇ ਛੋਟੇ ਦੋ ਪੀਸ ਰਹਿ ਗਏ ਇਹ ਮੇਰੀ ਫੀਸ ਹੈ। ਕਿਸ ਚੀਜ਼ ਦੀ ਫੀਸ? ਕਿਉਂਕਿ ਉਹ ਇੱਕ ਜੱਜ ਬਣਿਆ ਸੀ ਦੋਨਾਂ ਦਾ ਡਿਸਾਈਡ ਕਰਨ ਲਈ ਕਿ ਬ੍ਰੈਡ ਹੈ ਜੋ ਕਿਸ ਦਾ। ਸੇਇੰਗ ਸੋ ਹੀ ਏਟ ਬੋਥ ਦਾ ਸਮਾਲ ਬਿਟਸ। ਹੁਣ ਇਹ ਲਾਈਨ ਬੋਲ ਕੇ ਉਹ ਕਹਿੰਦਾ ਇਹ ਮੇਰੀ ਫੀਸ ਹੈ, ਦੋਨੋਂ ਪੀਸ ਹੁਣ ਮੇਰੇ ਹੈ, ਕਹਿੰਦੇ ਸਾਰੀ ਉਹ ਦੋਨੋਂ ਸਮਾਲ ਬਿਟਸ ਨੂੰ ਖਾ ਗਿਆ। So what is the moral of the story? A third person gains when two quarrels। So ਸਟੋਰੀ ਦਾ ਹੁਣ ਮੋਰਲ ਕੀ ਬਣਦਾ ਹੈ ਕਿ ਜਦੋਂ ਦੋ ਬੰਦਿਆਂ ਦੀ ਲੜਾਈ ਦੇ ਵਿੱਚ ਤੀਜਾ ਆ ਜਾਂਦਾ ਤਾਂ ਸਾਰਾ ਕੁਝ ਉਹ ਤੀਜਾ ਬੰਦਾ ਹੀ ਆਪਣੇ ਆਪ ਲੈਣ ਦੀ ਕੋਸ਼ਿਸ਼ ਕਰਦਾ ਤੇ ਉਹ ਲੈ ਵੀ ਜਾਂਦਾ ਫਾਈਨਲੀ। ਸੋ ਆਲਵੇਜ਼ ਜਦ ਵੀ ਕਿਸੇ ਦੀ ਕੋਈ ਫਾਈਟ ਹੈ, ਲੜਾਈ ਹੋ ਰਹੀ ਹੈ, ਉਹ ਦੋ ਬੰਦਿਆਂ ਦੀ ਲੜਾਈ ਦੋ ਬੰਦਿਆਂ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ। ਉਹ ਤੀਸਰਾ ਬੰਦਾ ਅਗਰ ਤੁਸੀਂ ਇਨਵੋਲਵ ਕਰੋਗੇ ਤੀਸਰਾ ਉਹਦੇ ਵਿੱਚ, ਫਿਰ ਸਾਰਾ ਗੇਨ ਥਰਡ ਪਰਸਨ ਹੀ ਕਰ ਜਾਏਗਾ, ਸਾਰਾ ਕੁਝ ਉਹਨੂੰ ਹੀ ਮਿਲ ਜਾਏਗਾ ਲੜਾਈ ਵਿੱਚੋਂ, ਜੋ ਵੀ ਫਾਇਦਾ ਹੁੰਦਾ ਉਹ ਥਰਡ ਪਰਸਨ ਦਾ ਹੋਏਗਾ।